ਸਤਿ ਸ੍ਰੀ ਅਕਾਲ। ਰਾਜਾ ਬਲੀ ਕਰ ਭਲੀ। ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਚੈਨਲ ਦੇ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਦਾ ਅਸੀਂ ਸਵਾਗਤ ਕਰਦੇ ਹਾਂ। ਸ਼੍ਰੀ ਹਜ਼ੂਰ ਨਾਭ ਕੰਵਰ ਰਾਜਾ ਸਾਹਿਬ ਜੀ ਦੀ ਜੀਵਨ ਦੇ ਨਾਲ ਸੰਬੰਧ ਰੱਖਦੇ 12ਵੇਂ ਐਪੀਸੋਡ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸਰਵਣ ਕੀਤਾ ਸੀ ਕਿ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਰੱਤੇ ਟਿੱਬੇ ਤੋਂ ਪਿੰਡ ਲੋਦੀਪੁਰ ਆਪਣੇ ਪਿਤਾ ਬਾਬਾ ਮੰਗਲਦਾਸ ਜੀ ਦੇ ਪਾਸ ਚਲੇ ਜਾਂਦੇ ਨੇ। ਹੁਣ ਪਿਤਾ ਬਾਬਾ ਮੰਗਲਦਾਸ ਜੀ ਦੇ ਪਾਸ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਇੱਕ ਕੁਟੀਆ ਦੇ ਵਿੱਚ ਲੋਦੀਪੁਰ ਦੇ ਵਿੱਚ ਰਹਿੰਦੇ ਨੇ। ਕੁਝ ਦਿਨ ਰਹਿੰਦਿਆਂ ਨੂੰ ਹੋਏ ਤੇ ਮਾਘ ਮਹੀਨੇ ਦੀ ਆਰੰਭਤਾ ਹੋ ਗਈ। ਮਾਘ ਦੇ ਮਹੀਨੇ ਪਿੰਡ ਮਹਿਰਮਪੁਰ ਗਰਚੇ ਦੇ ਵਿੱਚ ਇੱਕ ਵੱਡਾ ਸਮਾਗਮ ਕਰਾਇਆ ਜਾਂਦਾ ਸੀ। ਪਿੰਡ ਮਹਿਰਮਪੁਰ ਗਰਚੇ ਦੇ ਵਿੱਚ ਸੰਤ ਗੰਗਾ ਦਾਸ ਜੀ ਦਾ ਇੱਕ ਡੇਰਾ ਸੀ। ਇਸ ਡੇਰੇ ਦੇ ਵਿੱਚ ਮਾਘ ਮਹੀਨੇ ਦੀ ਪੁੰਨਿਆਂ ਨੂੰ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਸਨ ਤੇ ਸਾਰੇ ਇਲਾਕੇ ਦੇ ਸਾਧੂਆਂ ਨੂੰ ਬੁਲਾਇਆ ਜਾਂਦਾ ਸੀ। ਪਿਤਾ ਬਾਬਾ ਮੰਗਲਦਾਸ ਜੀ ਨੂੰ ਵੀ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਪਹੁੰਚਿਆ। ਬਾਬਾ ਮੰਗਲਦਾਸ ਜੀ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਪਿੰਡ ਮਹਿਰਮਪੁਰ ਗਰਚੇ ਸੰਤ ਗੰਗਾ ਦਾਸ ਜੀ ਦੇ ਡੇਰੇ ਪਹੁੰਚਦੇ ਨੇ। ਜਿਵੇਂ ਹੀ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ, ਉੱਥੇ ਬੈਠੀ ਹੋਈ ਸੰਗਤ ਦਾ ਧਿਆਨ ਕੇਵਲ ਤੇ ਕੇਵਲ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਤੇ ਕੇਂਦਰਿਤ ਹੋ ਜਾਂਦਾ ਹੈ। ਹਰ ਕੋਈ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਦੀ ਮਿੱਠੀ ਬੋਲੀ ਸੁਣ ਕੇ, ਮਤਵਾਲੀ ਚਾਲ ਵੇਖ ਕੇ, ਸੁੰਦਰ ਸਰੂਪ ਵੇਖ ਕੇ ਅਚਰਜ ਹੋ ਰਿਹਾ ਸੀ। ਹਰ ਕੋਈ ਵੇਖ ਰਿਹਾ ਸੀ ਕਿ ਇਹ ਬਾਲ ਸਾਧੂ ਜਿਸ ਦਾ ਸਰੂਪ ਇੰਨਾ ਸੋਹਣਾ ਹੈ, ਇਹ ਕਿੱਥੋਂ ਆਇਆ ਹੈ, ਇਹ ਕੌਣ ਹੈ, ਇਹਦਾ ਨਾਂ ਕੀ ਹੈ। ਜੋ ਵੀ ਮਹਾਰਾਜ ਨੂੰ ਇੱਕ ਵਾਰ ਵੇਖ ਲੈਂਦਾ ਉਹ ਬਸ ਵੇਖਦਾ ਹੀ ਰਹਿ ਜਾਂਦਾ। ਜਿਸ ਨੇ ਵੀ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਦੇ ਨੂਰਾਨੀ ਚਿਹਰੇ ਦੇ ਇੱਕ ਵਾਰ ਦਰਸ਼ਨ ਕਰ ਲਏ, ਫਿਰ ਉਸ ਦੇ ਮਨ ਵਿੱਚ ਕਿਸੇ ਹੋਰ ਚੀਜ਼ ਨੂੰ ਵੇਖਣ ਦੀ ਕੋਈ ਇੱਛਾ ਬਾਕੀ ਨਹੀਂ ਰਹਿ ਗਈ। ਜਿਵੇਂ ਹੀ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਸਮਾਗਮ ਦੇ ਵਿੱਚ ਵਿਰਾਜਦੇ ਨੇ ਤਾਂ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਦੇ ਨਾਲ ਵਿਚਾਰ ਕਰਨ ਦੀ ਇੱਛਾ ਹਰ ਇੱਕ ਦੇ ਮਨ ਦੇ ਵਿੱਚ ਪੈਦਾ ਹੁੰਦੀ ਹੈ। ਹਰ ਕੋਈ ਆਨੇ ਬਹਾਨੇ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਦੇ ਨਾਲ ਫਤਿਹ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਕੋਈ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਦੇ ਨੂਰਾਨੀ ਚਿਹਰੇ ਨੂੰ ਤੱਕ ਰਿਹਾ ਹੈ, ਕੋਈ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਦੀ ਮਿੱਠੀ ਬਾਣੀ ਨੂੰ ਸੁਣ ਕੇ ਆਨੰਦਿਤ ਹੋ ਰਿਹਾ ਹੈ। ਇੰਨੇ ਨੂੰ ਸੰਤ ਗੰਗਾ ਦਾਸ ਜੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ। ਜਿਵੇਂ ਹੀ ਸੰਤ ਗੰਗਾ ਦਾਸ ਜੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਇਸ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲੱਗ ਜਾਂਦੇ ਨੇ। ਦੂਰ ਦਰਾਡਿਆਂ ਤੋਂ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਲਈ ਆਈਆਂ ਸੰਗਤਾਂ ਰਸਦਾਂ ਵਸਦਾਂ ਲੈ ਕੇ ਸੰਤ ਗੰਗਾ ਦਾਸ ਜੀ ਦੇ ਸਨਮੁਖ ਹਾਜ਼ਰ ਹੋਣ ਲੱਗਦੀਆਂ ਨੇ। ਸੰਤ ਗੰਗਾ ਦਾਸ ਜੀ ਵੀ ਆਪਣੇ ਆਸਣ ਤੇ ਬਿਰਾਜ ਕੇ ਸਾਰੀ ਸੰਗਤ ਨੂੰ ਇੱਕੋ ਟੱਕ ਵੇਖਦੇ ਨੇ। ਜਿਉਂ ਸੰਤ ਗੰਗਾ ਦਾਸ ਜੀ ਇੱਕ ਪਾਸੇ ਤੋਂ ਸ਼ੁਰੂ ਹੋ ਕੇ ਪੰਡਾਲ ਦੇ ਵਿੱਚ ਸਜੀ ਹੋਈ ਸੰਗਤ ਨੂੰ ਵੇਖਦੇ ਵੇਖਦੇ ਸੱਜੇ ਤੋਂ ਖੱਬੇ ਪਾਸੇ ਨੂੰ ਜਾ ਰਹੇ ਨੇ ਤਾਂ ਅਚਾਨਕ ਉਹਨਾਂ ਦੀ ਨਜ਼ਰ ਸ਼੍ਰੀ ਹਜ਼ੂਰ ਨਾਭ ਕੰਵਰ ਰਾਜਾ ਸਾਹਿਬ ਜੀ ਤੇ ਪੈਂਦੀ ਹੈ। ਜਦੋਂ ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਨੂੰ ਸੰਤ ਗੰਗਾ ਦਾਸ ਜੀ ਦੇਖਦੇ ਨੇ ਤਾਂ ਇੱਕੋ ਪਲ ਦੇ ਵਿੱਚ ਜਾਣ ਜਾਂਦੇ ਨੇ ਕਿ ਇਹ ਕੋਈ ਸਧਾਰਨ ਬੱਚਾ ਨਹੀਂ, ਇਹ ਕੋਈ ਸਧਾਰਨ ਇਨਸਾਨ ਨਹੀਂ, ਇਹ ਕੋਈ ਸਧਾਰਨ ਰੂਹ ਨਹੀਂ, ਇਹ ਤਾਂ ਸਦੀਆਂ ਤੋਂ ਨਾਮ ਬਾਣੀ ਦੇ ਵਿੱਚ ਰੱਤੀ ਹੋਈ ਰੂਹ ਹੈ। ਇਹ ਤਾਂ ਜੁਗਾਂ ਜਗਾਂਤਰਾਂ ਤੋਂ ਬੰਦਗੀ ਦੇ ਵਿੱਚ ਰੰਗੀ ਹੋਈ ਕੋਈ ਰੂਹ ਹੈ ਜੋ ਸੰਸਾਰ ਦਾ ਕਲਿਆਣ ਕਰਨ ਵਾਸਤੇ ਪ੍ਰਗਟ ਹੋਈ ਹੈ। ਆਪਣੇ ਚੇਲਿਆਂ ਨੂੰ ਬੁਲਾ ਕੇ ਪੁੱਛਦੇ ਨੇ ਕਿ ਇਹ ਬਾਲਕ ਕੌਣ ਹੈ। ਚੇਲੇ ਦੱਸਦੇ ਨੇ, ਸੰਤ ਜੀ ਇਹ ਬਾਬਾ ਮੰਗਲਦਾਸ ਜੀ ਦੇ ਸੁਪੁੱਤਰ ਨੇ, ਇਹਨਾਂ ਦਾ ਨਾਮ ਬਾਬਾ ਭਗਵਾਨ ਦਾਸ ਹੈ। ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਨੂੰ ਅਕਸਰ ਬਚਪਨ ਦੇ ਵਿੱਚ ਬਾਬਾ ਜੀ ਕਹਿ ਕੇ ਬੁਲਾਇਆ ਜਾਂਦਾ ਸੀ। ਆਪ ਜੀ ਦਾ ਸੁੰਦਰ ਸਰੂਪ, ਸੋਹਣਾ ਸਰੂਪ, ਆਪ ਜੀ ਦੇ ਚਿਹਰੇ ਦਾ ਨੂਰ ਸੰਗਤ ਨੂੰ ਇੰਨਾ ਆਕਰਸ਼ਿਤ ਕਰਦਾ ਸੀ ਤੇ ਸੰਗਤ ਆਪ ਜੀ ਨੂੰ ਪਿਆਰ ਦੇ ਨਾਲ ਬਾਬਾ ਜੀ ਆਖ ਕੇ ਸੰਬੋਧਨ ਕਰਦੀ ਸੀ। ਹਜ਼ੂਰ ਸ਼੍ਰੀ ਨਾਭ ਕੰਵਰ ਰਾਜਾ ਸਾਹਿਬ ਜੀ ਦੀਆਂ ਨਿਰਾਲੀਆਂ ਕੌਤਕਾਂ ਨੂੰ ਦੇਖ ਕੇ ਸੰਤ ਗੰਗਾ ਦਾਸ ਹੈਰਾਨ ਰਹਿ ਜਾਂਦੇ ਨੇ। ਮਨ ਦੇ ਵਿੱਚ ਇੱਛਾ ਪ੍ਰਗਟ ਹੁੰਦੀ ਹੈ ਕਿ ਜੇ ਇਹ ਬਾਲ ਸਾਧੂ ਮੇਰੀ ਮੰਡਲੀ ਦੇ ਵਿੱਚ ਸ਼ਾਮਲ ਹੋ ਜਾਵੇ ਜਾਂ ਕੁਝ ਸਮਾਂ ਮੇਰੇ ਡੇਰੇ ਦੇ ਵਿੱਚ ਬਤੀਤ ਕਰੇ ਤਾਂ ਮੇਰੀ ਮੰਡਲੀ ਨੂੰ ਹੋਰ ਵੀ ਚਾਰ ਚੰਨ ਲੱਗ ਜਾਣਗੇ। ਸੰਗਤ ਦੇ ਵਿੱਚ ਮੇਰੀ ਮੰਡਲੀ ਦਾ ਜਸ ਵਧੇਗਾ। ਦੂਰ ਦਰਾਡਿਆਂ ਦੀ ਸੰਗਤ ਸਾਡੀ ਮੰਡਲੀ ਦੇ ਨਾਲ ਹੋਰ ਵੀ ਵੱਡੀ ਗਿਣਤੀ 'ਚ ਜੁੜਨਾ ਸ਼ੁਰੂ ਕਰ ਦੇਵੇਗੀ। ਇਸ ਇੱਛਾ ਨੂੰ ਪੂਰੀ ਕਰਨ ਵਾਸਤੇ ਸੰਤ ਗੰਗਾ ਦਾਸ ਜੀ ਬਾਬਾ ਮੰਗਲਦਾਸ ਜੀ ਨੂੰ ਬੜੀ ਪਿਆਰ ਸਹਿਤ ਬੇਨਤੀ ਕਰਦੇ ਨੇ ਕਿ ਬਾਬਾ ਜੀ ਕਿਰਪਾ ਕਰੋ, ਆਪ ਜੀ ਆਪਣੇ ਸੁਪੁੱਤਰ ਬਾਬਾ ਜੀ ਨੂੰ ਕੁਝ ਦਿਨ ਵਾਸਤੇ ਸਾਡੇ ਡੇਰੇ ਵਿੱਚ ਛੱਡ ਜਾਵੋ। ਬਾਬਾ ਮੰਗਲਦਾਸ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਕੁਝ ਸੋਚਣ ਲੱਗਦੇ ਨੇ। ਬਾਬਾ ਮੰਗਲਦਾਸ ਜੀ ਨੂੰ ਸੋਚਦੇ ਵੇਖ ਕੇ ਸੰਤ ਗੰਗਾ ਦਾਸ ਜੀ ਉਹਨਾਂ ਦੇ ਚਰਨ ਛੋਹ ਕੇ ਬੇਨਤੀ ਕਰਦੇ ਨੇ ਕਿ ਬਾਬਾ ਜੀ ਸਾਡੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ, ਕਿਰਪਾ ਕਰਕੇ ਆਪ ਜੀ ਬਾਬਾ ਜੀ ਨੂੰ ਕੁਝ ਦਿਨਾਂ ਵਾਸਤੇ ਸਾਡੀ ਮੰਡਲੀ ਦੇ ਵਿੱਚ ਛੱਡ ਜਾਵੋ। ਸਾਡੇ ਵਾਸਤੇ ਬੜਾ ਸੁਭਾਗ ਹੋਵੇਗਾ ਕਿ ਅਸੀਂ ਇਹਨਾਂ ਦਾ ਸੰਗ ਮਾਣ ਸਕੀਏ। ਬਾਬਾ ਮੰਗਲਦਾਸ ਜੀ ਸੰਤ ਗੰਗਾ ਦਾਸ ਜੀ ਦੀ ਇਸ ਬੇਨਤੀ ਨੂੰ ਸਵੀਕਾਰ ਕਰ ਲੈਂਦੇ ਨੇ ਤੇ ਬਾਬਾ ਭਗਵਾਨ ਦਾਸ ਜੀ ਨੂੰ ਸੰਤ ਗੰਗਾ ਦਾਸ ਜੀ ਦੇ ਡੇਰੇ ਸੱਦਣ ਲਈ
ਸਹਿਮਤ ਹੋ ਜਾਂਦੇ ਨੇ। ਸੰਤ ਗੰਗਾ ਦਾਸ ਜੀ ਇਸ ਗੱਲ ਨੂੰ ਸੁਣ ਕੇ ਬਹੁਤ ਖੁਸ਼ ਹੁੰਦੇ ਨੇ ਕਿ ਹੁਣ ਬਾਬਾ ਭਗਵਾਨ ਦਾਸ ਜੀ ਉਹਨਾਂ ਦੀ ਮੰਡਲੀ ਦਾ ਹਿੱਸਾ ਬਣ ਗਏ ਨੇ ਤੇ ਕੁਝ ਦਿਨ ਉਹ ਉਹਨਾਂ ਦੀ ਮੰਡਲੀ ਦੇ ਵਿੱਚ ਹੀ ਬਤੀਤ ਕਰਨਗੇ। ਇਸ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਜਿੱਥੇ ਸੰਤ ਗੰਗਾ ਦਾਸ ਜੀ ਆਪਣੇ ਚੇਲਿਆਂ ਨੂੰ ਬੁਲਾ ਕੇ ਦੱਸਦੇ ਨੇ ਕਿ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਭਾਵ ਕਿ ਬਾਬਾ ਜੀ ਹੁਣ ਕੁਝ ਦਿਨਾਂ ਵਾਸਤੇ ਸਾਡੇ ਡੇਰੇ ਵਿੱਚ ਰਹਿਣਗੇ, ਉੱਥੇ ਹੀ ਉਹ ਆਪਣੇ ਚੇਲਿਆਂ ਨੂੰ ਤਾਕੀਦ ਕਰਦੇ ਨੇ ਕਿ ਵੇਖਿਓ ਇਸ ਬਾਲ ਨੂੰ ਕੋਈ ਸਧਾਰਨ ਬਾਲਕ ਨਾ ਸਮਝ ਲਿਓ, ਇਹ ਨਾ ਸਮਝ ਲਿਓ ਕਿ ਇਹ ਕੋਈ ਸਧਾਰਨ ਬੱਚਾ ਹੈ, ਇਸ ਤੋਂ ਆਪਣੀ ਸੇਵਾ ਨਾ ਕਰਵਾ ਲਿਓ, ਗਲਤੀ ਨਾਲ ਵੀ ਇਸ ਤੋਂ ਆਪਣੀ ਮੰਡਲੀ ਦੇ ਭਾਂਡੇ ਨਾ ਮਜਵਾ ਲਿਓ, ਗਲਤੀ ਦੇ ਨਾਲ ਵੀ ਇਸ ਦੇ ਨਾਲ ਕੋਈ ਮੰਦਾ ਬੋਲ ਨਾ ਬੋਲ ਲਿਓ। ਇਹ ਤਾਂ ਰੱਬ ਦੀ ਪਿਆਰੀ ਤੇ ਸਤਿਕਾਰੀ ਰੂਹ ਸੰਸਾਰ ਦਾ ਕਲਿਆਣ ਕਰਨ ਵਾਸਤੇ ਪ੍ਰਗਟ ਹੋਈ ਹੈ। ਇਹ ਕੋਈ ਸਧਾਰਨ ਬੱਚਾ ਨਹੀਂ, ਇਹਦੇ ਚਿਹਰੇ ਦਾ ਨੂਰ, ਇਹਦਾ ਨੂਰਾਨੀ ਚਿਹਰਾ ਇਹ ਸਾਫ਼ ਸਪਸ਼ਟ ਕਰਦਾ ਹੈ ਕਿ ਸਦੀਆਂ ਤੋਂ ਇਹ ਨਾਮ ਬਾਣੀ ਦੇ ਵਿੱਚ ਰੱਤੀ ਹੋਈ ਰੂਹ ਹੈ ਤੇ ਸੰਸਾਰ ਦੇ ਕਲਿਆਣ ਵਾਸਤੇ ਸੰਸਾਰ ਤੇ ਪ੍ਰਗਟ ਹੋਈ ਹੈ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀਆਂ ਸਿਫਤਾਂ ਸੰਤ ਗੰਗਾ ਦਾਸ ਜੀ ਦੇ ਮੂੰਹ ਤੋਂ ਸੁਣ ਕੇ ਉਹਦੇ ਚੇਲੇ ਵੀ ਹੈਰਾਨ ਹੋ ਜਾਂਦੇ ਨੇ, ਕਿਉਂਕਿ ਚੇਲਿਆਂ ਵਾਸਤੇ ਅੱਜ ਤੱਕ ਸੰਤ ਗੰਗਾ ਦਾਸ ਜੀ ਹੀ ਸਭ ਤੋਂ ਉੱਪਰ ਸਨ। ਉਹਨਾਂ ਨੂੰ ਲੱਗਦਾ ਸੀ ਕਿ ਸੰਤ ਗੰਗਾ ਦਾਸ ਜੀ ਪੂਰਨ ਪੁਰਖ ਨੇ, ਬ੍ਰਹਮ ਗਿਆਨੀ ਨੇ। ਬ੍ਰਹਮ ਗਿਆਨੀ ਤਾਂ ਸਨ, ਪਰ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਚਾਲੀ, ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਗਾਥਾ ਬੜੀ ਨਿਰਾਲੀ ਸੀ। ਸੰਤ ਗੰਗਾ ਦਾਸ ਜੀ ਹੀ ਨਹੀਂ, ਇਸ ਸੰਸਾਰ ਦੇ ਇੱਕ ਨਹੀਂ ਹਜ਼ਾਰਾਂ ਸਾਧੂ ਐਸੇ ਹੋਏ ਨੇ ਜਿਨ੍ਹਾਂ ਨੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੂੰ ਜਦੋਂ ਇੱਕ ਵਾਰ ਤੱਕਿਆ ਤੇ ਬਸ ਤੱਕਦੇ ਹੀ ਰਹਿ ਗਏ। ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਫਿਰ ਸੰਤ ਗੰਗਾ ਦਾਸ ਜੀ ਦੇ ਡੇਰੇ ਦੇ ਵਿੱਚ ਵਾਸ ਕਰਦੇ ਨੇ। ਇਹ ਮੰਡਲੀ ਉਸ ਤੋਂ ਬਾਅਦ ਝਿੰਗੜਾ ਨੂੰ ਵੀ ਰਵਾਨਾ ਹੁੰਦੀ ਹੈ। ਇਹ ਇਤਿਹਾਸ ਦੀ ਗਾਥਾ ਨੂੰ ਅਗਲੇ ਐਪੀਸੋਡ ਦੇ ਵਿੱਚ ਆਪ ਜੀ ਦੇ ਸਨਮੁਖ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ। ਆਪ ਸਰਬੱਤ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਰਾਜਾ ਸਾਹਿਬ ਵਲੌਗਸ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ, Facebook ਤੇ ਸਾਡਾ ਪੇਜ ਲਾਈਕ ਕਰੋ ਤੇ ਰਾਜਾ ਸਾਹਿਬ ਜੀ ਦੀ ਜੀਵਨੀ ਅਤੇ ਰਾਜਾ ਸਾਹਿਬ ਜੀ ਦੀ ਪਵਿੱਤਰ ਵਿਚਾਰਧਾਰਾ ਭਗਵਾਨ ਬਿਲਾਸ ਦੀ ਵਿਚਾਰ ਨੂੰ ਵੱਧ ਤੋਂ ਵੱਧ ਸੰਗਤਾਂ ਦੇ ਨਾਲ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ, ਤਾਂ ਜੋ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਪਵਿੱਤਰ ਜੀਵਨੀ, ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਪਵਿੱਤਰ ਵਿਚਾਰਧਾਰਾ ਨੂੰ ਆਪਾਂ ਘਰ ਘਰ ਦੇ ਵਿੱਚ ਪਹੁੰਚਾ ਸਕੀਏ ਔਰ ਇਸ ਸੰਸਾਰ ਨੂੰ ਦੱਸ ਸਕੀਏ ਕਿ ਦੁਆਬੇ ਦੀ ਧਰਤੀ ਤੇ ਪੈਦਾ ਹੋਏ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ, ਜਿਨ੍ਹਾਂ ਦਾ ਪਵਿੱਤਰ ਆਗਮਨ 7 ਫੱਗਣ 1862 ਈਸਵੀ ਨੂੰ ਆਪਣੇ ਨਾਨਕੇ ਨਗਰ ਪਿੰਡ ਬੱਲੋਵਾਲ ਦੇ ਵਿੱਚ ਹੋਇਆ ਤੇ ਜਿਨ੍ਹਾਂ ਨੇ ਰਸੋਖਾਨਾ ਮਜਾਰਾ ਰਾਜਾ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਸਰੀਰ ਛੱਡਿਆ ਔਰ ਇਸ ਸੰਸਾਰ ਤੋਂ ਕੂਚ ਕੀਤਾ। ਉਹਨਾਂ ਨੇ ਇਸ ਸੰਸਾਰ ਨੂੰ ਕਿੱਡੀ ਮਹਾਨ ਦੇਣ ਦਿੱਤੀ ਹੈ। ਉਹਨਾਂ ਦੀ ਵਿਚਾਰਧਾਰਾ ਦੇ ਨਾਲ ਇੱਕ ਨਹੀਂ ਅਨੇਕਾਂ ਜੀਵਾਂ ਦਾ ਕਲਿਆਣ ਹੋਇਆ। ਕਰੋੜਾਂ ਦੀ ਗਿਣਤੀ ਦੇ ਵਿੱਚ ਐਸੇ ਜੀਵ ਜੋ ਇਸ ਕਲਯੁਗ ਦੇ ਸਮੇਂ ਦੇ ਵਿੱਚ ਵਿਕਾਰਾਂ ਦਾ ਸ਼ਿਕਾਰ ਹੋ ਕੇ ਆਪਣੇ ਜ਼ਿੰਦਗੀ ਦੇ ਅਸਲ ਮਨੋਰਥ ਤੋਂ ਭਟਕ ਚੁੱਕੇ ਸਨ, ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਜਿੱਥੇ ਉਹਨਾਂ ਨੂੰ ਬਾਣੀ ਦੇ ਲੜ ਲਾਇਆ, ਉੱਥੇ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਨੇ ਉਹਨਾਂ ਜੀਵਾਂ ਦਾ ਕਲਿਆਣ ਕੀਤਾ। ਉਹਨਾਂ ਨੂੰ ਪ੍ਰਭੂ ਭਗਤੀ ਦਾ ਜਾਗ ਲਾ ਕੇ ਸਦਾ ਵਾਸਤੇ 84 ਲੱਖ ਜੂਨਾਂ ਦੇ ਆਵਾਗਾਉਣ ਦੇ ਚੱਕਰ ਤੋਂ ਮੁਕਤ ਕਰ ਦਿੱਤਾ। ਬੋਲੋ ਜੀ ਰਾਜਾ ਬਲੀ ਕਰ ਭਲੀ।